सतनाम श्री वाहिगुरु साहिब जीओ। डंडौत बंदन अनक बार, सर्ब कला समरथ। डोलन ते राखो प्रभु, नानक दी कर हथ। औ आया दूरों चल कै, मैं तकी तो शरनाई जियो। मैं आसा रखी चित मैं, मेरा सबो दुख गवाए जियो। जी जंत की ठाकरा, सर्ब चिंत तुध पासी। जो तुध पावी सोई चंगा, एक नानक की अरदासी। आपे हर एक रंग है, आपे बहुरंगी। जो तिस पावे नानका, साई गल चंगी। जी जंत के ठाकरा, सर्ब चिंत तुध पासी। जो तुध पावे सोई चंगा, एक नानक की अरदासी। सो कहो टल गुर सेवियै, ऐनुस सहज सुबाई। दर्शन परसें गुरु कै, जन्म मरण दुख जाई। होवै सिफत खसम दी, नूर अरसों कुरसों चटियै। तुध डिठे सच्चे पातशाह, मल जन्म जन्म दी कटियै। सज्जन सच्चा पातशाह, सिर शाहां दे शाह। जिस पास बैठिया सोही है, सबना दा विसार। सज्जन सच्चा पातशाह, सिर शाहां दे शाहो। जिस पास बैठिया सोही है, सबना दा विसाहु। वाहिगुरु जी का खालसा, वाहिगुरु जी की फतेह। गुरु प्यारी, गुरु सवारी, साजी नवाजी साध संगत जी। ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ 23ਵੀਂ ਅਸ਼ਟਪਦੀ ਦੇ ਜਿਹੜੇ ਆ ਸ਼ਬਦ ਅਰਥ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਸਿਰ ਉੱਪਰ ਮਿਹਰਾਂ ਭਰਿਆ ਹੱਥ ਰੱਖੇ, ਤੰਦਰੁਸਤੀ ਦੀਆਂ ਦਾਤਾਂ ਬਖਸ਼ੇ, ਆਪਣੇ ਦਰੋਂ ਘਰੋਂ ਖੁਸ਼ੀਆਂ ਖੇੜੇ ਬਖਸ਼ੇ, ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ, ਹਰ ਇਨਸਾਨ ਨੂੰ ਦੁੱਖ ਦਲਿੱਦਰ ਹਰੇਕ ਮਨੁੱਖ ਦੇ ਦੂਰ ਕਰੇ। ਔਰ ਸੱਚੇ ਪਾਤਸ਼ਾਹ ਸਿਰ ਦੇ ਉੱਪਰ ਮਿਹਰਾਂ ਭਰਿਆ ਹੱਥ ਰੱਖੇ। ਇਸੇ ਤਰ੍ਹਾਂ ਗੁਰਬਾਣੀ ਜਿਹੜੀ ਆਪਾਂ ਸਰਵਣ ਕਰਦੇ ਰਹੀਏ, ਪੜ੍ਹਦੇ ਰਹੀਏ, ਗੁਰਬਾਣੀ ਨਾਲ ਜੁੜੇ ਰਹੀਏ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਆ, ਇਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ 'ਚ ਉਚਾਰਨ ਹੋਈ ਆ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਜਿਹੜੀ ਹੈ ਦਰਜ ਹੈ, ਸੁਭਾਏਮਾਨ ਹੈ, ਸੁਸ਼ੋਭਿਤ ਹੈ। ਇਸ ਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਸਾਨੂੰ ਕੀ ਉਪਦੇਸ਼ ਦਿੱਤੇ ਨੇ, ਆਪਾਂ ਲੜੀਵਾਰ ਜਿਹੜੀ ਆ ਵਿਆਖਿਆ ਜਾਂ ਸ਼ਬਦ ਅਰਥ ਜਿਹੜੇ ਕਰਦੇ ਆ ਰਹੇ ਹਾਂ। ਔਰ
ਗੁਰੂ ਮਹਾਰਾਜ ਨੇ ਸਾਨੂੰ ਬਾਣੀ ਵਿੱਚ ਕੀ ਫਰਮਾਇਆ, ਕੀ ਸਮਝਾਇਆ, ਇਹ ਸਮਝਣ ਦੀ ਅੱਜ ਜਿਹੜੀ ਬਹੁਤ ਲੋੜ ਆ। ਗੁਰਬਾਣੀ ਪੜ੍ਹਨੀ ਜਿੱਥੇ ਜ਼ਰੂਰੀ ਆ, ਉਹਦੇ ਨਾਲ ਸਮਝਣੀ, ਵਿਚਾਰਨੀ ਅਤੇ ਅਮਲ ਕਰਨਾ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ। ਗੁਰਬਾਣੀ ਦੇ ਵਿੱਚ ਜੋ ਗੁਰੂ ਪਾਤਸ਼ਾਹ ਜੀ ਸਾਨੂੰ ਫਰਮਾਉਂਦੇ ਨੇ ਕਿ ਆਪਣਾ ਜੀਵਨ ਜਿਹੜਾ ਕਿਵੇਂ ਬਸਰ ਕਰਨਾ, ਕਿਵੇਂ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਨਾਲ ਨਜਿੱਠਣਾ ਵਾ, ਕਿਵੇਂ ਪਰੇਸ਼ਾਨੀਆਂ ਦਾ ਹੱਲ ਕਰਨਾ, ਕਿਵੇਂ ਸਮੱਸਿਆਵਾਂ ਨੂੰ ਜਿਹੜਾ ਦੂਰ ਕਰਨਾ। ਅਸੀਂ ਕਿਸੇ ਵੀ ਸਮੱਸਿਆ ਨੂੰ ਜਿਹੜਾ ਵਾ ਜਾਂ ਪਰੇਸ਼ਾਨੀ ਨੂੰ ਜਿਹੜਾ ਵਾ ਕਈ ਵਾਰੀ ਬਹੁਤ ਵੱਡੀ ਜਿਹੜੀ ਆ ਚੁਣੌਤੀ ਸਮਝ ਲੈਂਦੇ ਹਾਂ ਕਿ ਸਾਡੇ ਕੋਲੋਂ ਨਹੀਂ ਹੋਣੀ। ਗੁਰੂ ਪਿਆਰਿਓ, ਪਰਮਾਤਮਾ ਨੇ ਮਨੁੱਖੀ ਸਰੀਰ ਦਿੱਤਾ ਆਪਾਂ ਨੂੰ, ਔਰ ਜਿਵੇਂ ਪੰਛੀ ਆਪਣੇ ਖੰਭਾਂ ਨਾਲ ਉੱਡ ਕੇ ਇੱਧਰ ਉੱਧਰ ਜਾਂਦੇ ਆ, ਹਰ ਰੋਜ਼ ਦਾਣਾ ਚੁੱਕ ਕੇ ਆਪਣਾ ਜਿਹੜਾ ਪੇਟ ਭਰਦੇ ਆ, ਬੱਚੇ ਪਾਲਦੇ ਆ, ਇਸੇ ਤਰ੍ਹਾਂ ਹੀ ਪਰਮਾਤਮਾ ਨੇ ਸਾਨੂੰ ਵੀ ਜਿਹੜੀ ਆ ਬੜੀ ਸੂਝ ਬੂਝ ਦਿੱਤੀ ਹੈ। ਜੇਕਰ ਉੱਤਮ ਜੂਨ ਮੰਨਿਆ ਜਾਵੇ ਤਾਂ ਉਹ ਮਨੁੱਖ ਦੀ ਜੂਨ ਹੈ। ਅਸੀਂ ਪੜ੍ਹ ਲਿਖ ਸਕਦੇ ਹਾਂ, ਗਰਮੀ ਸਰਦੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ, ਕੱਪੜੇ ਲੀੜੇ ਪਾ ਸਕਦੇ ਹਾਂ, ਔਰ ਆਪਣੇ ਮਨੋਰੰਜਨ ਦੇ ਲਈ ਵੇਖੋ ਕਿੱਡੇ ਸੋਹਣੇ ਸਾਧਨ ਬਣੇ ਆ, ਔਰ ਨਾਮ ਜਪਣ ਦਾ ਜਿਹੜਾ ਮੌਕਾ ਜਿਹੜਾ ਅਵਸਰ ਆ ਉਹ ਮਨੁੱਖੀ ਜਾਮੇ ਵਿੱਚ ਹੀ ਆ। ਕਿਉਂ ਗੁਰੂ ਦੀ ਬਾਣੀ ਤੋਂ ਬਿਨਾਂ ਆਪਾਂ ਨੂੰ ਪਰਮਾਤਮਾ ਦੇ ਨਾਲ ਜਿਹੜੀ ਸਾਂਝ ਪਾਉਣੀ ਜਿਹੜੀ ਆ ਅਸੰਭਵ ਆ। ਗੁਰੂ ਆਪਣੇ ਲਈ ਰਾਹ ਦਸੇਰਾ ਵਾ, ਗੁਰੂ ਤੋਂ ਬਿਨਾਂ ਆਪਾਂ ਨੂੰ ਕੋਈ ਸਮਝ ਨਹੀਂ ਆਉਣੀ। ਗੁਰੂ ਗਿਆਨ ਦਾ ਦੀਪਕ ਆ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੋ ਆਓ ਆਪਾਂ ਅੱਜ ਜਿਹੜੀ 23ਵੀਂ ਅਸ਼ਟਪਦੀ ਆ ਇਹਦੇ ਅਰਥ ਜਿਹੜੇ ਕਰਨ ਦੀ ਇੱਕ ਨਿਮਾਣੀ ਜੀ ਤੁਸ਼ ਬੁੱਧੀ ਦੇ ਨਾਲ ਵਿਚਾਰਾਂ ਕਰਨ ਦੀ ਕੋਸ਼ਿਸ਼ ਕਰੀਏ। ਆਰੰਭ ਦੇ ਵਿੱਚ ਸ਼ਲੋਕ ਆਉਂਦਾ, ਗਿਆਨ ਅੰਜਨ ਗੁਰ ਦੀਆ ਅਗਿਆਨੀ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗੁਰੂ ਸਾਹਿਬ ਫਰਮਾਉਂਦੇ ਆ ਕਿ ਸਾਨੂੰ ਗਿਆਨ ਦਾ ਸੁਰਮਾ ਜਿਹੜਾ ਵਾ ਉਹ ਸਾਡੇ ਗੁਰੂਆਂ ਨੇ ਦਿੱਤਾ, ਔਰ ਸਾਡਾ ਜਿਹੜਾ ਮਨ ਦਾ ਹਨੇਰਾ ਵਾ, ਸਾਡੇ ਜਿਹੜੇ ਵਹਿਮ ਭਰਮ ਆ, ਜਿਹੜੀ ਮਨ ਦੇ ਵਿੱਚ ਅਗਿਆਨਤਾ ਵਾ, ਉਹ ਸਾਰੀ ਜਿਹੜੀ ਆ ਉਹ ਦੂਰ ਹੋ ਗਈ। ਜਦੋਂ ਪ੍ਰਕਾਸ਼ ਹੋ ਜਾਂਦਾ ਨਾ, ਸੂਰਜ ਚੜ੍ਹ ਜਾਂਦਾ, ਆਪਣੇ ਆਪ ਹੀ ਚਾਨਣ ਜਿਹੜਾ ਵਾ ਸਾਰੇ ਪਾਸੇ ਪਸਰ ਜਾਂਦਾ। ਇਸੇ ਤਰ੍ਹਾਂ ਜਦੋਂ ਮਨੁੱਖ ਨੂੰ ਗਿਆਨ ਹੋ ਜਾਂਦਾ ਨਾ ਕੀ ਚੰਗਾ ਅਤੇ ਕੀ ਮਾੜਾ, ਫਿਰ ਬੰਦਾ ਉਹ ਰਸਤਾ ਅਪਣਾਉਂਦਾ ਜਿਹੜਾ ਉਹਦੇ ਲਈ ਚੰਗਾ। ਕਿਉਂਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿੱਥੇ ਸਾਡੀ ਲੋਕ ਵਡਿਆਈ ਕਰਦੇ ਆ ਉੱਥੇ ਅਸੀਂ ਆਪਣੇ ਆਪ ਨੂੰ ਜਿਹੜਾ ਜੀਵਨ ਜਿਹੜਾ ਸਵਾਰ ਲੈਂਦੇ ਹਾਂ। ਅੱਜ ਵੇਖੋ ਸਾਇੰਸ ਨੇ ਕਿੰਨੀ ਜਿਹੜੀ ਤਰੱਕੀ ਕੀਤੀ ਹੈ, ਕਿਉਂਕਿ ਇਹ ਗਿਆਨ ਦੇ ਕਰਕੇ ਹੋਈ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਸੰਬੰਧੀ ਵੀ ਜਦੋਂ ਅਸੀਂ ਗਿਆਨ ਜਿਹੜਾ ਹਾਸਲ ਕਰਨਾ ਨਾ, ਉਹ ਸਾਡੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਬੜੀ ਘਾਲਣਾ ਕਰਕੇ, ਬੜੀ ਮਿਹਨਤ ਕਰਕੇ, ਮਸ਼ੱਕਤ ਕਰਕੇ ਬਾਣੀ ਜਿਹੜੀ ਇਕੱਠੀ ਕਰਕੇ ਇਹ ਜਿਹੜਾ ਇੱਕ ਬੜਾ ਵੱਡਾ ਸਾਨੂੰ ਖਜ਼ਾਨਾ ਬਖਸ਼ਿਆ ਵਾ। ਇਹ ਅਮੋਲਕ ਖਜ਼ਾਨਾ, ਔਰ ਇਹਦੇ ਵਿੱਚ ਸਾਨੂੰ ਜ਼ਿੰਦਗੀ ਦੀ ਜਿਹੜੀ ਸੋਝੀ ਆ ਕਿ ਅਸੀਂ ਜੀਵਨ ਕਿਵੇਂ ਬਸਰ ਕਰਨਾ, ਕਿਵੇਂ ਇੱਕ ਨੇਕ ਇਨਸਾਨ ਬਣ ਕੇ ਦੁਨੀਆ ਵਿੱਚ ਜਿਹੜਾ ਵਾ ਵਿਚਰਨਾ ਵਾ, ਔਰ ਜਿੱਥੇ ਅਸੀਂ ਆਪ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਵਾ, ਉੱਥੇ ਅਸੀਂ ਆਪਣੇ ਨਾਲ ਦੂਜਿਆਂ ਨੂੰ ਵੀ ਜਿਹੜਾ ਵਾ ਆਪ ਜਪੇ ਅਵਰੇ ਨਾਮ ਜਪਾਵੇ, ਦੂਜਿਆਂ ਨੂੰ ਵੀ ਨਾਮ ਜਪਾਉਣਾ ਵਾ। ਸਤ ਸੰਗਤ ਕਰਨੀ, ਚੰਗੀ ਸੰਗਤ ਕਰਨੀ ਆ। ਇਹ ਜਿਹੜੀਆਂ ਵਿਚਾਰਾਂ ਕਿ ਗਿਆਨ ਜਿਹੜਾ ਨਾ
ਇਹ ਗੁਰੂ ਤੋਂ ਮਿਲਿਆ। ਅੰਜਣ ਜਿਹੜਾ ਨਾ ਉਹ ਸੁਰਮੇ ਨੂੰ ਕਹਿ ਦਿੰਦੇ ਆ ਕਿ ਗਿਆਨ ਦਾ ਸੁਰਮਾ ਜਿਹੜਾ ਮਿਲ ਗਿਆ। ਜਿਵੇਂ ਅੱਖਾਂ ਦੇ ਵਿੱਚ ਸੁਰਮਾ ਪਾਉਂਦੇ ਸੀ ਨਾ ਪਹਿਲਾਂ ਲੋਕ, ਅਜੇ ਵੀ ਕਈ ਪਾਉਂਦੇ ਆ, ਅਤੇ ਉਹਦੇ ਨਾਲ ਆਂਦੇ ਨੇ ਕਿ ਅੱਖਾਂ ਦੀ ਜਿਹੜੀ ਜੋਤੀ ਆ ਤੇਜ਼ ਹੋ ਜਾਂਦੀ ਸੀ। ਉਸ ਤਰ੍ਹਾਂ ਵੀ ਅੱਖਾਂ ਸੋਹਣੀਆਂ ਲੱਗਦੀਆਂ। ਹਾਰ ਸ਼ਿੰਗਾਰ ਵਾਸਤੇ ਜਿਹੜੀਆਂ ਔਰਤਾਂ ਬੱਚਿਆਂ ਦੇ ਜਿਹੜੇ ਅੱਖਾਂ ਦੇ ਵਿੱਚ ਪਾਏ ਜਾਂਦੇ ਸੀ। ਕਹਿਣ ਤੋਂ ਭਾਵ ਇਹ ਆ ਕਿ ਇਹ ਪ੍ਰਤੀਕ ਵਰਤਿਆ ਗੁਰੂ ਸਾਹਿਬਾਨ ਨੇ, ਬਿੰਬ ਵਰਤਿਆ ਕਿ ਜਿਹੜਾ ਗਿਆਨ ਦਾ ਸੁਰਮਾ ਪਰਮਾਤਮਾ ਨੇ ਸਾਨੂੰ ਜਿਹੜਾ ਗੁਰੂ ਸਾਹਿਬਾਨਾਂ ਨੇ ਬਖਸ਼ਿਆ ਵਾ। ਹੁਣ ਮੇਰੇ ਮਨ ਦੀ ਭਟਕਣਾ ਜਿਹੜੀ ਆ, ਦੁਚਿੱਤੀ ਦੁਬਿਧਾ ਜਿਹੜੀ ਸਾਰੀ ਖਤਮ ਹੋ ਗਈ ਹੈ। ਹੁਣ ਮੈਨੂੰ ਚਾਨਣ ਹੋ ਗਿਆ, ਮੈਨੂੰ ਸਮਝ ਲੱਗ ਗਈ ਹੈ ਕਿ ਮੇਰੇ ਲਈ ਚੰਗਾ ਕੀ ਆ ਅਤੇ ਮਾੜਾ ਕੀ ਆ, ਕਿ ਮੈਂ ਕਿਹੜੇ ਪਾਸੇ ਜਾਣਾ। ਗੁਰੂ ਵਾਲੇ ਪਾਸੇ ਤੁਰਾਂਗੇ ਅਤੇ ਅਸੀਂ ਗੁਰੂ ਸਾਡੀ ਜਿਹੜੀ ਆ ਉਹ ਸਾਨੂੰ ਜਿੱਥੇ ਵਡਿਆਈ ਦਊਗਾ, ਉੱਥੇ ਨਾਲ ਨਾਲ ਸਾਡਾ ਜੀਵਨ ਪੱਧਰ ਜਿਹੜਾ ਵਾ ਉਹ ਸੋਹਣਾ ਬਣ ਜਾਏਗਾ। ਪਰਿਵਾਰ ਵਿੱਚ ਜਿਹੜੇ ਸਾਡਾ ਸਲੂਕ ਇਤਫਾਕ ਬਣਿਆ ਰਹੂਗਾ, ਔਰ ਬੱਚੇ ਚੰਗੇ ਪਾਸੇ ਲੱਗ ਕੇ ਆਪਣਾ ਜੀਵਨ ਜਿਹੜਾ ਸਵਾਰਨਗੇ। ਹਰ ਕਿਰਪਾ ਤੇ ਸੰਤ ਭੇਟਿਆ, ਹਰੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਮੇਰੇ ਮਨ ਵਿੱਚ ਨਿਮਰਤਾ, ਤਿਆਗ ਅਤੇ ਸੱਚ ਨਾਲ ਜੁੜਨ ਦੀ ਜਿਹੜੀ ਕਿਰਪਾ ਹੋ ਗਈ ਪਰਮਾਤਮਾ ਨੇ ਕੀਤੀ ਆ। ਨਾਨਕ ਮਨ ਪ੍ਰਗਾਸ, ਕਿ ਸੰਤ ਉਹ ਹੁੰਦਾ ਵਾ ਜਿਹਨੂੰ ਪਰਮਾਤਮਾ ਅਤੇ ਸੰਤ ਦੇ ਵਿੱਚ ਕੋਈ ਬਹੁਤਾ ਭੇਤ ਨਹੀਂ ਰਹਿ ਜਾਂਦਾ। ਸੰਤ ਨੂੰ ਜਿਹੜਾ ਵਾ ਉਹ ਸਾਰਾ ਗਿਆਨ ਹੁੰਦਾ। ਉਹਨੇ ਆਪਣੀ ਭਗਤੀ ਕਰਕੇ, ਖੋਜ ਕਰਕੇ ਜਿਹੜਾ ਵਾ ਪਰਮਾਤਮਾ ਦਾ ਰਸਤਾ ਜਿਹੜਾ ਲੱਭਿਆ ਹੁੰਦਾ, ਮਿਲਦਾ। ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਸੰਤ ਦੀ ਸ਼ਰਨ ਵਿੱਚ ਪਿਆ, ਗੁਰੂ ਦੀ ਸ਼ਰਨ ਵਿੱਚ ਪਿਆ, ਅਤੇ ਮੇਰੇ ਮਨ ਦੇ ਵਿੱਚ ਚਾਨਣ ਹੋ ਗਿਆ। ਹੁਣ ਮੇਰੇ ਮਨ ਦੀ ਦੁਬਿਧਾ ਖਤਮ ਹੋ ਗਈ, ਅਗਿਆਨਤਾ ਖਤਮ ਹੋ ਗਈ, ਵਹਿਮ ਭਰਮ ਪਖੰਡ ਜਿੰਨੇ ਦਿਸਦੇ ਲੋਕਾਂ ਦੇ ਵਿੱਚ ਸਾਰੇ ਖਤਮ ਹੋ ਗਏ। ਜਿਹੜੇ ਲੋਕ ਕਹਿੰਦੇ ਨੇ ਕਿ ਨਾ ਅਸੀਂ ਤੁਹਾਡੇ ਆ ਜਿਹੜੇ ਆ ਤੁਹਾਨੂੰ ਛਾਇਆ ਦਾ ਅਸਰ ਆ, ਤੁਸੀਂ ਇੰਝ ਕਰੋ, ਤੁਸੀਂ ਉਹ ਕਰੋ, ਜਾਦੂ ਟੂਣੇ ਵਾਲੇ ਲੋਕ ਤੁਹਾਨੂੰ ਪਿੱਛੇ ਲਾ ਲੈਂਦੇ ਕਈ ਵਾਰੀ। ਕਿਉਂਕਿ ਇਹ ਸਮਾਜ ਦੇ ਵਿੱਚ ਜਿਹੜੇ ਠੱਗ ਬਿਰਤੀ ਵਾਲੇ ਲੋਕ ਆ ਨਾ, ਇਸ ਤਰ੍ਹਾਂ ਕਰਦੇ ਆ। ਪਰ ਆਪਾਂ ਇਹਨਾਂ ਤੋਂ ਬਚਣਾ ਵਾ, ਕਿਉਂਕਿ ਇਹ ਸ਼ੋਸ਼ਣ ਕਰਦੇ। ਜਿੱਥੇ ਪੈਸੇ ਦਾ ਕਰਦੇ ਆ, ਉੱਥੇ ਸਾਡਾ ਮਾਨਸਿਕ ਕਰਦੇ ਆ, ਸਾਨੂੰ ਡਰਾਉਂਦੇ ਆ, ਵਹਿਮਾਂ 'ਚ ਪਾਉਂਦੇ ਆ, ਅਤੇ ਕਈ ਵਾਰੀ ਕਈ ਰਿਸ਼ਤੇ ਜਿਹੜੇ ਬਰਬਾਦ ਕਰ ਦਿੰਦੇ ਆ। ਸੋ ਇਹਨਾਂ ਤੋਂ ਬਚਣਾ ਵਾ, ਉਹ ਸਾਨੂੰ ਗੁਰੂ ਨੇ ਬਚਾਉਣਾ। ਜਦੋਂ ਸਾਨੂੰ ਸਮਝ ਆ ਗਈ ਨਾ ਕਿ ਆਹ ਜਿਹੜਾ ਰਸਤਾ ਸਿੱਧਾ ਜਿਹੜਾ ਵਾ ਕਿਸੇ ਵੀ ਸ਼ਹਿਰ ਨੂੰ ਜਾਂਦਾ ਵਾ, ਅਤੇ ਅਸੀਂ ਉਸ ਰਸਤੇ 'ਤੇ ਫਿਰ ਪੈ ਜਾਣਾ ਵਾ, ਅਤੇ ਆਪਣੇ ਆਪ ਹੀ ਅਸੀਂ ਉੱਥੇ ਪਹੁੰਚ ਜਾਣਾ। ਅਤੇ ਜੇ ਸਾਨੂੰ ਨਾ ਸਮਝ ਆਈ, ਫਿਰ ਅਸੀਂ ਪੁੱਛਦੇ ਫਿਰਨਾ ਵਾ, ਜਾਂ ਜਿਹੜਾ ਵਾ ਭਟਕ ਕੇ ਕਿਸੇ ਦੂਜੇ ਰਸਤੇ 'ਤੇ ਪੈ ਕੇ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਕਹਿਣ ਤੋਂ ਭਾਵ ਗੁਰੂ ਪਿਆਰੀ ਸਾਧ ਸੰਗਤ ਜੀ, ਕਿ ਸਹੀ ਜਿਹੜੀ ਦਿਸ਼ਾ ਜਦੋਂ ਆਪਾਂ ਨੂੰ ਮਿਲ ਜਾਂਦੀ ਹੈ ਨਾ, ਜਦੋਂ ਆਪਾਂ ਨੂੰ ਸਹੀ ਦਿਸ਼ਾ ਮਿਲ ਗਈ ਆ ਆਪਾਂ ਨੂੰ, ਫਿਰ ਆਪਾਂ ਆਪਣੀ ਡਾਇਰੈਕਸ਼ਨ ਜਦੋਂ ਸਹੀ ਹੋ ਗਈ ਤਾਂ ਆਪਾਂ ਆਪਣੇ ਆਪ ਹੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਣਾ ਵਾ। ਸਪੋਜ਼ ਕਰੋ ਕਿਤੇ ਵੀ ਜਾਣਾ ਤੁਸੀਂ, ਤੁਹਾਨੂੰ ਰਸਤੇ ਦਾ ਪਤਾ, ਤੁਸੀਂ ਆਪਣੇ ਆਪ ਹੀ ਆਪਣੀ ਬਾਈਕ 'ਤੇ, ਸਕੂਟਰ 'ਤੇ, ਗੱਡੀ 'ਤੇ ਤੁਸੀਂ ਆਰਾਮ ਦੇ ਨਾਲ ਬਿਨਾਂ ਕਿਸੇ ਨੂੰ ਪੁੱਛਿਆ ਜਿਹੜਾ ਚਲੇ ਜਾਣਾ। ਪਰ ਪਹਿਲਾਂ ਉਹ ਜਿਹੜਾ ਵਾ ਆਪਾਂ ਨੂੰ ਗੁਰੂ ਨੇ ਦੱਸਣਾ। ਇੱਕ ਵਾਰੀ ਆਪਾਂ 2 ਵਾਰੀ ਜਾ ਆਏ, ਫਿਰ ਆਪਾਂ ਆਪਣੇ ਆਪ ਹੀ ਤੁਰੇ ਜਾਣਾ, ਕਿਉਂਕਿ ਸਮਝ ਆ ਜਾਂਦੀ ਗੁਰੂ ਤੋਂ। ਅਤੇ ਗੁਰੂ ਜਿਹੜਾ ਵਾ ਉਹ ਸਾਨੂੰ ਇਹ ਜਿਹੜਾ ਵਾ ਹਨੇਰਾ ਜਿਹੜਾ ਖਤਮ ਕਰ ਦਿੰਦਾ, ਸਮਝਾ ਦਿੰਦਾ ਵਾ ਕਿ ਭਾਈ ਸਾਹਿਬ ਆ ਤੇਰੇ ਲਈ ਚੰਗਾ ਕੰਮ ਹੈ, ਨਾਮ ਜਪਣਾ, ਪਰਮਾਤਮਾ ਨਾਲ ਜੁੜਨਾ। ਅਸ਼ਟਪਦੀ, ਇਹ 8 ਪਦੇ ਹੁੰਦੇ ਆ ਜੀ ਹਰ ਅਸ਼ਟਪਦੀ ਦੇ ਵਿੱਚ, ਔਰ ਹਰੇਕ ਪਦੇ ਦੇ ਵਿੱਚ ਗੁਰੂ ਮਹਾਰਾਜ ਨੇ ਕੀ ਕੀ ਫਰਮਾਇਆ ਆਪਾਂ ਵੇਖਦੇ ਹਾਂ। ਸੰਤ ਸੰਗ ਅੰਤਰ ਪ੍ਰਭ ਡੀਟਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸੰਤ ਦੇ ਸੰਗ ਲੱਗ ਕੇ, ਗੁਰੂ ਦੇ ਸੰਗ ਲੱਗ ਕੇ ਸਾਨੂੰ ਜਿਹੜਾ ਵਾ ਪਰਮਾਤਮਾ ਦੇ ਦਰਸ਼ਨ ਹੋ ਗਏ ਆ, ਅਤੇ ਹੁਣ ਸਾਨੂੰ ਪਰਮਾਤਮਾ ਦਾ ਜਿਹੜਾ ਨਾਮ ਹੈ ਮਿੱਠਾ ਲੱਗਣ ਲੱਗ ਪਿਆ। ਸਗਲ ਸਮੱਗਰੀ ਏਕਸ ਘਟ ਮਾਹੀ, ਅਨਕ ਰੰਗ ਨਾਨਾ ਦ੍ਰਿਸ਼ਟਾਹੀ।
ਇੱਕੋ ਪਰਮਾਤਮਾ ਜਿਹਦੇ ਵਿੱਚ ਸਭ ਕੁਛ ਆ, ਜਿਹਨੇ ਸਾਰੀ ਧਰਤੀ ਨੂੰ ਸਾਜਿਆ ਨਵਾਜਿਆ, ਬ੍ਰਹਿਮੰਡ ਸਾਰਾ ਬਣਾਇਆ, ਪਾਣੀ ਬਣਾਇਆ, ਹਵਾ ਬਣਾਈ, ਮਿੱਟੀ ਬਣਾਈ, ਪੰਜਾਂ ਤੱਤਾਂ ਦਾ ਜਿਹੜਾ ਕਹਿੰਦੇ ਮਨੁੱਖ ਬਣਿਆ ਵਾ, ਅਤੇ ਪੰਜੇ ਤੱਤ ਜਿਹੜੇ ਧਰਤੀ ਦੇ ਵਿੱਚ ਮੌਜੂਦ ਆ। ਔਰ ਅਨਕ ਰੰਗ ਨਾਨਾ ਦ੍ਰਿਸ਼ਟਾਏਂ, ਕਈ ਰੰਗ ਜਿਹੜੇ ਆ ਪਰਮਾਤਮਾ ਨੇ ਬਣਾਏ ਦੁਨੀਆ ਉੱਤੇ, ਕਈ ਪ੍ਰਕਾਰ ਦੇ ਪਸ਼ੂ ਪੰਛੀ ਬਣਾਏ ਸਾਡੀ ਸਹਾਇਤਾ ਵਾਸਤੇ। ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਪਰਮਾਤਮਾ ਦਾ ਨਾਮ ਜਿਹੜਾ ਵਾ ਨੌ ਨਿਧਿ ਆ ਸਾਡੇ ਵਾਸਤੇ। ਜਿਵੇਂ ਕਹਿ ਦਿੰਦੇ 9 ਨਿਧੀਆਂ 12 ਸਿੱਧੀਆਂ, ਕਿ ਜਦੋਂ ਭਗਤਾਂ ਨੂੰ ਖਜ਼ਾਨਾ ਮਿਲ ਜਾਂਦਾ, ਜਿਹੜੇ ਹਰੀਜਨ ਜਿਹੜੇ ਆ, ਹਰਜਨ ਜਿਹੜੇ ਆ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਆ, ਸਤ ਸੰਗਤ ਕਰਦੇ, ਜਿਹੜੇ ਗੁਰਮੁਖ ਜਨ, ਉਹਨਾਂ ਨੂੰ ਫਿਰ ਜਦੋਂ ਭਗਤ ਖਜ਼ਾਨਾ ਲੱਭ ਜਾਂਦਾ, ਅੰਮ੍ਰਿਤ ਨਾਮ ਲੱਭ ਜਾਂਦਾ ਵਾ, ਅੰਮ੍ਰਿਤ ਬਾਣੀ ਲੱਭ ਜਾਂਦੀ ਆ, ਮਿਲ ਜਾਂਦੀ ਆ, ਫਿਰ 9 ਨਿਧੀਆਂ ਹੋ ਜਾਂਦੀਆਂ। ਜਾਣੀ ਕਿ ਜੀਵਨ ਜਿਹੜਾ ਵਾ ਵਧੀਆ ਬਣ ਜਾਂਦਾ, ਸੋਹਣਾ ਬਣ ਜਾਂਦਾ, ਹਨੇਰਾ ਦੂਰ ਹੋ ਜਾਂਦਾ ਮਨ ਦਾ, ਬੰਦੇ ਦੇ ਮਨ ਨੂੰ ਚੈਨ ਆ ਜਾਂਦਾ, ਸਕੂਨ ਆਉਂਦਾ ਇੱਕ। ਦੇਹੀ ਮੈਂ ਇਸਕਾ ਵਿਸਰਾਮ, ਅਤੇ ਪਰਮਾਤਮਾ ਦੇਹੀ ਦੇ ਵਿੱਚ ਹੀ ਵੱਸਦਾ। ਘਟ ਘਟ ਮੈਂ ਹਰ ਜੂ ਬਸੇ ਸੰਤਨ ਕਿਹੋ ਪੁਕਾਰ, ਹਰ ਸਰੀਰ ਵਿੱਚ ਪਰਮਾਤਮਾ ਵੱਸਦਾ, ਸਿਰਫ ਥੋੜ੍ਹੀ ਜਿਹੀ ਸਮਝਣ ਦੀ ਲੋੜ ਆ, ਖੋਜਣ ਦੀ ਲੋੜ ਆ। ਜਦੋਂ ਅਸੀਂ ਕੋਈ ਕੰਮ ਕਰਦੇ ਹਾਂ, ਸਾਨੂੰ ਇਹ ਪਤਾ ਹੁੰਦਾ ਕਿ ਇਹ ਗਲਤ ਹੈ ਕਿ ਸਹੀ ਹੈ। ਜੇਕਰ ਅਸੀਂ ਆਪਣੀ ਆਤਮਾ ਦੀ ਆਵਾਜ਼ ਸੁਣੀਏ ਤਾਂ ਪਾਪ ਕਰਨ ਤੋਂ ਜਿਹੜਾ ਵਾ ਬਚ ਸਕਦੇ ਹਾਂ। ਕਈ ਵਾਰੀ ਅਸੀਂ ਉਸ ਆਤਮਾ ਦੀ ਆਵਾਜ਼ ਨੂੰ ਨਹੀਂ ਸੁਣਦੇ, ਇਗਨੋਰ ਕਰ ਦਿੰਦੇ ਹਾਂ। ਇਹ ਜਿਹੜਾ ਵਾ ਪਰਮਾਤਮਾ ਜਿਹੜਾ ਸਾਨੂੰ ਸੋਝੀ ਦਿੰਦਾ। ਆਤਮਾ ਅਤੇ ਪਰਮਾਤਮਾ ਜਿਹੜੀ ਹੈ, ਆਤਮਾ ਨੂੰ ਹੀ ਪਰਮਾਤਮਾ ਨਾਲ ਜੋੜਨਾ। ਸੁਨ ਸਮਾਧੀ ਅਨਹਤ ਤੈਨਾਦ, ਕਹਿ ਨਾ ਜਾਈ ਤੇਰੀ ਚਰਜ ਬਿਸਮਾਦ। ਜਦੋਂ ਪਰਮਾਤਮਾ ਦੇ ਨਾਲ ਸਾਡੀ ਸੁਰਤ ਜੁੜ ਜਾਂਦੀ ਹੈ, ਫਿਰ ਸਾਡੇ ਮਨ ਵਿੱਚ ਭੈੜੇ ਫੁਰਨੇ ਨਹੀਂ ਆਉਂਦੇ, ਮਾੜੀਆਂ ਵਿਚਾਰਾਂ ਨਹੀਂ ਆਉਂਦੀਆਂ, ਤ੍ਰਿਸ਼ਨਾ ਨਹੀਂ ਆਉਂਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸੀਂ ਵਸ ਵਿੱਚ ਕਰ ਲੈਂਦੇ ਹਾਂ। ਸਾਡਾ ਸਾਰੀ ਜਿਹੜੀ ਆਪਣੇ ਆਪ 'ਤੇ ਆਤਮ ਸੰਜਮ ਕਰਦੇ ਹਾਂ, ਕੰਟਰੋਲ ਹੋ ਜਾਂਦਾ। ਜਿਹੜਾ ਮੈਂਟਲੀ ਡਿਸਆਰਡਰ ਹੋ ਜਾਂਦੇ ਨਾ ਕਈ ਬੰਦੇ, ਜੋ ਮਨ 'ਚ ਆਇਆ ਉਹ ਕਰ ਦਿੰਦੇ ਆ। ਨਹੀਂ, ਜੇਕਰ ਪਰਮਾਤਮਾ ਦੇ ਨਾਮ ਨੂੰ ਅਸੀਂ ਆਪਣਾ ਸਹਾਰਾ ਬਣਾਵਾਂਗੇ, ਫਿਰ ਅਸੀਂ ਗਲਤ ਕੰਮ ਨਹੀਂ ਕਰਾਂਗੇ, ਸੁਚੇਤ ਹੋ ਜਾਵਾਂਗੇ, ਔਰ ਗੁਰੂ ਦੀ ਜੋ ਇੱਛਾ ਆ ਉਹਦੇ ਮੁਤਾਬਕ ਆਪਾਂ ਕੰਮ ਕਰਨਾ, ਅਤੇ ਗੁਰੂ ਦੇ ਅਨੁਸਾਰ ਅਕੋਰਡਿੰਗ ਚੱਲਾਂਗੇ। ਸਾਡਾ ਜੀਵਨ ਜਿਹੜਾ ਵਾ, ਫਿਰ ਸਾਡੇ ਮਨ ਵਿੱਚ ਇੱਕ ਸਮਾਧੀ ਬਣ ਜਾਣੀ ਆ। ਇਹ ਸਮਾਧੀਆਂ ਉਹ ਨਹੀਂ ਜਿਹੜੀਆਂ ਬਾਹਰ ਬਣੀਆਂ ਵਾ, ਇਹ ਸਮਾਧ ਸਾਡੇ ਅੰਦਰ ਆ। ਸਮਾਧ ਜਿਹੜੀ ਆ ਸੁੰਨ, ਜਿੱਥੇ ਕੋਈ ਸ਼ਾਂਤੀ ਆ, ਕਿਸੇ ਕਿਸਮ ਦੀ ਕੋਈ ਭਟਕਣਾ ਨਹੀਂ। ਜਿਵੇਂ ਕਹਿ ਦਿੰਦੇ ਇੱਕ ਚੁੱਪ 100 ਸੁੱਖ, ਕਿ ਬੰਦਾ ਜਿਹੜਾ ਚੁੱਪ ਕਰਕੇ ਆਰਾਮ ਦੇ ਨਾਲ, ਜਿਹੜਾ ਫੁਰਨੇ ਨਹੀਂ ਕੋਈ ਉਹੋ ਜਿਹੇ ਭੈੜੇ ਉਹਨੂੰ ਤੰਗ ਕਰਦੇ, ਫਿਰ ਭਟਕਦਾ ਨਹੀਂ, ਰੋਂਦਾ ਕਰਲਾਉਂਦਾ ਨਹੀਂ, ਆਰਾਮ ਨਾਲ ਆਪਣਾ ਜੀਵਨ ਬਸਰ ਕਰਦਾ। ਫਿਰ ਉਹਦੇ ਮਨ ਵਿੱਚ ਇੱਕ ਰਾਸ ਆਉਂਦਾ, ਅਨਹਤ ਨਾਦ, ਆਵਾਜ਼ ਵਾਲੇ, ਉਹਨੂੰ ਆਨੰਦ ਆਉਂਦਾ, ਰਸ ਆਉਂਦਾ। ਇਸੇ ਕਰਕੇ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਕਹਿ ਨਾ ਜਾਈ ਅਚਰਜ ਬਿਸਮਾਦ, ਫਿਰ ਇਹ ਜਿਹੜਾ ਵਾ ਨਾ, ਜੋ ਰਸ ਆਉਂਦਾ ਨਾ, ਜੋ ਆਨੰਦ ਆਉਂਦਾ, ਜਿਵੇਂ ਗੂੰਗਾ ਇੱਕ ਮਠਿਆਈ ਖਾ ਕੇ ਨਾ ਉਹਦਾ ਸਵਾਦ ਨਹੀਂ ਦੱਸ ਸਕਦਾ ਕਿ ਕਿੰਨੀ ਕੁ ਮਿੱਠੀ ਆ। ਹਾਂ, ਇਸ਼ਾਰਾ ਜ਼ਰੂਰ ਕਰ ਸਕਦਾ, ਪਰ ਬੋਲ ਨਹੀਂ ਸਕਦਾ। ਜਿਵੇਂ ਕਿਸੇ ਦੀ ਆਪਾਂ ਕਈ ਵਾਰੀ ਕਿਸੇ ਇਨਸਾਨ ਨੂੰ ਕਹਿ ਦਿੰਦੇ ਨਾ, ਇਹਦੀ ਸਿਫਤ ਜਿਹੜੀ ਆ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਹੀ ਪਰਮਾਤਮਾ, ਇਨਸਾਨ ਦੀ ਇੱਕ ਦੂਰ ਦੀ ਗੱਲ ਹੈ, ਇਹ ਤਾਂ ਛੋਟਾ ਜਿਹਾ ਵਾ,
ਭਗਵਾਨ ਦੀ ਜਿਹੜੀ ਵਡਿਆਈ ਆ ਉਹ ਸ਼ਬਦਾਂ ਵਿੱਚ ਬਿਲਕੁਲ ਨਹੀਂ ਵਡਿਆਈ ਕੀਤੀ ਜਾ ਸਕਦੀ। ਗੁਰਬਾਣੀ ਦੇ ਵਿੱਚ ਵੀ ਲਿਖਿਆ ਕਿ ਜਿਹੜਾ ਪਰਮਾਤਮਾ ਵਾ ਉਹਦੀ ਮਹਿਮਾ ਜਿਹੜੀ ਆ ਉਹ ਸ਼ਬਦਾਂ ਵਿੱਚ ਨਹੀਂ ਕੀਤੀ ਜਾ ਸਕਦੀ। ਉਹ ਇੰਨਾ ਵੱਡਾ, ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਕਹੀ ਜਾਓਗੇ ਓਨਾ ਹੀ ਵੱਡਾ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਸਾਡੇ ਆਖਿਆਂ ਉਹ ਵੱਡਾ ਹੋਣਾ, ਨਾ ਸਾਡੇ ਆਖਿਆਂ ਉਹਨੇ ਘਟਣਾ, ਕਿਉਂਕਿ ਪਰਮਾਤਮਾ ਅਸੀਮ ਆ, ਸਰਬ ਵਿਆਪਕ ਆ, ਸਰਬ ਸ਼ਕਤੀਮਾਨ ਆ। ਇਸ ਕਰਕੇ ਉਹਦੇ ਵਰਗਾ ਕੋਈ ਨਹੀਂ ਹੋ ਰਿਹਾ। ਸਾਰੀ ਦੁਨੀਆ ਦਾ ਜਿਹੜਾ ਰਿਮੋਟ ਕੰਟਰੋਲ ਆ, ਜਾਣੀ ਕਿ ਕਰਤਾ ਧਰਤਾ ਵਾ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ। ਕਹਿਣ ਤੋਂ ਭਾਵ ਉਹਦਾ ਕੋਈ ਅੰਤ ਨਹੀਂ, ਬੇਅੰਤ ਹੈ ਪਰਮਾਤਮਾ। ਬੇਅੰਤ ਤੋਂ ਭਾਵ ਜਿਹਦੀ ਕੋਈ ਸੀਮਾ ਨਹੀਂ ਹੈਗੀ। ਇਸ ਕਰਕੇ ਉਹਦਾ ਜਿਹੜਾ ਆਨੰਦ ਆ ਜਿਹੜਾ ਨਾ, ਉਹਨੂੰ ਬਿਆਨ ਨਹੀਂ ਸ਼ਬਦਾਂ ਵਿੱਚ ਆਪਾਂ ਕਰ ਸਕਦੇ। ਇੰਨਾ ਮਜ਼ਾ ਆਉਂਦਾ, ਇੰਨਾ ਆਨੰਦ ਆਉਂਦਾ ਗੁਰਬਾਣੀ ਦਾ। ਤਿੰਨ ਦੇਖਿਆ ਜਿਸ ਆਪ ਦਿਖਾਏ, ਪਰ ਦਿਸਦਾ ਉਹਨੂੰ ਹੀ ਆ ਜਿਹਨੂੰ ਪਰਮਾਤਮਾ ਜਿਹ 'ਤੇ ਕਿਰਪਾ ਕਰਦਾ, ਜਿਹ 'ਤੇ ਮਿਹਰ ਕਰਦਾ, ਜਿਹ 'ਤੇ ਤਰਸ ਕਰਦਾ, ਜਿਹਨੂੰ ਆਪਣੇ ਲੜ ਲਾ ਲੈਂਦਾ ਉਹ। ਪਰ ਲੜ ਲੱਗਣ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਾਨੂੰ ਪੁਕਾਰ ਕਰਨੀ ਚਾਹੀਦੀ, ਅਰਦਾਸ ਕਰਨੀ ਚਾਹੀਦੀ, ਹੇ ਪਰਮਾਤਮਾ ਸਾਨੂੰ ਆਪਣੇ ਰੰਗ ਵਿੱਚ ਰੰਗ, ਅਸੀਂ ਚੰਗੇ ਇਨਸਾਨ ਬਣੀਏ, ਗੁਰਸਿੱਖ ਬਣੀਏ, ਗੁਰੂ ਵਾਲੇ ਬਣੀਏ, ਸਾਡਾ ਜੀਵਨ ਚੰਗਾ ਬਣ ਜੇ। ਔਰ ਨਾਨਕ ਤਿਸ ਜਨ ਸੋਝੀ ਪਾਏ, ਉਸ ਇਨਸਾਨ ਨੂੰ ਫਿਰ ਸੋਝੀ ਆ ਜਾਂਦੀ, ਸਮਝ ਆ ਜਾਂਦੀ ਜੀਵਨ ਦੀ, ਆਰਟ ਆਫ ਲਾਈਫ, ਕਿ ਜੀਵਨ ਕਿਵੇਂ ਜਿਉਣਾ ਵਾ, ਕਿਵੇਂ ਅਸੀਂ ਜੀਵਨ ਨੂੰ ਆਪਣੇ ਨੂੰ ਬਸਰ ਕਰਨਾ ਵਾ। ਫਿਰ ਜਿਹੜੀਆਂ ਮੁਸ਼ਕਿਲਾਂ ਚੁਣੌਤੀਆਂ ਜਿਹੜੀਆਂ ਵਾ ਉਹ ਬਹੁਤ ਵੱਡੀਆਂ ਨਹੀਂ ਲੱਗਦੀਆਂ। ਸਮੱਸਿਆਵਾਂ ਜਿਹੜੀਆਂ ਹਰੇਕ ਇਨਸਾਨ ਨੂੰ ਆਉਂਦੀਆਂ, ਭਾਵੇਂ ਉਹ ਬਾਣੀ ਪੜ੍ਹਦਾ ਭਾਵੇਂ ਨਹੀਂ ਪੜ੍ਹਦਾ, ਪਰ ਇਹ ਕਿ ਜਿਹੜਾ ਬਾਣੀ ਪੜ੍ਹਦਾ ਨਾ, ਉਹ ਸਮੱਸਿਆਵਾਂ ਤੋਂ ਘਬਰਾਉਂਦਾ ਨਹੀਂ, ਡਰਦਾ ਨਹੀਂ, ਚਿੰਤਾ ਨਹੀਂ ਕਰਦਾ, ਕਿਉਂਕਿ ਉਹਨੂੰ ਪਰਮਾਤਮਾ 'ਤੇ ਭਰੋਸਾ ਹੁੰਦਾ। ਉਹਦੇ ਅੰਦਰ ਇੱਕ ਸਥਿਰਤਾ ਹੁੰਦੀ ਆ, ਬੇਚੈਨ ਨਹੀਂ ਹੁੰਦਾ, ਉਹ ਪਰੇਸ਼ਾਨ ਨਹੀਂ ਹੁੰਦਾ, ਬੜੇ ਸ਼ਾਂਤ ਚਿੱਤ ਨਾਲ ਉਹਦੇ ਆਤਮ ਵਿਸ਼ਵਾਸ ਹੁੰਦਾ, ਨਾਲ ਹੀ ਉਹਨੂੰ ਓਟ ਆਸਰਾ ਲੈਂਦਾ ਸਤਿਗੁਰੂ ਦਾ। ਉਹ ਜਿਵੇਂ ਕੋਈ ਖਿਡਾਰੀ ਵਧੀਆ ਖੇਡਦਾ ਨਾ, ਜਦੋਂ ਆਪਾਂ ਕੋਈ ਮੈਚ ਵੇਖਦੇ ਹਾਂ, ਆਪਾਂ ਨੂੰ ਕਈਆਂ ਖਿਡਾਰੀਆਂ 'ਤੇ ਬੜਾ ਮਾਣ ਹੁੰਦਾ ਕਿ ਇਹਨੇ ਵਧੀਆ ਖੇਡਣਾ, ਅਤੇ ਉਹ ਖਿਡਾਰੀ ਜਿਹੜੇ ਆ ਉਹ ਵਧੀਆ ਸਕੋਰ ਕਰਦੇ, ਕਿਉਂਕਿ ਉਹਨਾਂ ਨੂੰ ਆਪਾਂ ਨੂੰ ਵੀ ਮਾਣ ਹੁੰਦਾ, ਔਰ ਉਹਨਾਂ ਨੂੰ ਵੀ ਹੁੰਦਾ ਕਿ ਅਸੀਂ ਜਿਹੜਾ ਵਾ ਚੰਗਾ ਪ੍ਰਦਰਸ਼ਨ ਕਰਨਾ। ਅਤੇ ਜਦੋਂ ਪਰਮਾਤਮਾ ਸਾਡੇ ਨਾਲ ਹੁੰਦਾ ਵਾ, ਇਹ ਜੀਵਨ ਇੱਕ ਖੇਡ ਆ ਜੀ। ਹਰ ਬੰਦੇ ਨੇ ਆਪਣਾ ਰੋਲ ਪਲੇਅ ਕਰਨਾ ਜ਼ਿੰਦਗੀ ਵਿੱਚ। ਪਹਿਲਾਂ ਬੱਚਾ ਜਦੋਂ ਪੜ੍ਹ ਲਿਖਦਾ ਵਾ, ਉਦੋਂ ਪੜ੍ਹਦਾ ਵਾ ਆਪਣੇ ਮਾਂ ਪਿਓ ਨਾਲ, ਉਹਨੇ ਕੰਮਾਂ 'ਚ ਹੱਥ ਵਟਾਉਂਦਾ, ਨਾਲ ਪੜ੍ਹਦਾ ਲਿਖਦਾ। ਫਿਰ ਵੱਡਾ ਹੋ ਕੇ ਵਿਆਹ ਕਰਦਾ, ਪਿਤਾ ਦਾ ਰੋਲ ਜਿਹੜਾ ਨਿਭਾਉਂਦਾ, ਫਿਰ ਦਾਦੇ ਦਾ ਰੋਲ ਕਰਦਾ। ਇਹ ਜ਼ਿੰਦਗੀ ਚੱਲਦੀ ਇਸੇ ਤਰ੍ਹਾਂ ਹੀ। ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜਨਾ। ਹਰ ਬੰਦਾ ਜਿਹੜਾ ਵਾ ਜੇਕਰ ਚੰਗਾ ਰੋਲ ਕਰੇਗਾ, ਸਮਾਜ ਵਿੱਚ ਚੰਗਾ ਕਰਮ ਕਰੇਗਾ, ਇੱਕ ਚੰਗਾ ਬੱਚਾ ਬਣਨਾ ਵਾ, ਇੱਕ ਚੰਗਾ ਪਿਤਾ ਬਣਨਾ ਵਾ, ਇੱਕ ਚੰਗਾ ਪਤੀ ਬਣਨਾ ਵਾ, ਔਰ ਇੱਕ ਚੰਗਾ ਗ੍ਰੈਂਡ ਫਾਦਰ ਜਾਂ ਦਾਦਾ ਬਣਨਾ। ਜਾਣੀ ਕਿ ਹਰ ਪੱਖ ਤੋਂ ਜਿਹੜੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਵਾ, ਔਰ ਪਰਮਾਤਮਾ ਦਾ ਨਾਮ ਵੀ ਜਪਣਾ, ਨੇਕ ਇਨਸਾਨ ਬਣਨਾ। ਗੁਰਬਾਣੀ ਦਾ ਮੰਤਵ ਇਹੋ ਆ ਕਿ ਅਸੀਂ ਚੰਗੇ ਇਨਸਾਨ ਬਣੀਏ। ਅਤੇ ਗੁਰਬਾਣੀ ਪੜ੍ਹਨ ਦਾ ਜਿਹੜਾ ਆਨੰਦ ਵੀ ਆਉਂਦਾ ਵਾ, ਰਸ ਵੀ ਮਿਲਦਾ ਵਾ, ਜੀਵਨ ਵੀ ਚੰਗਾ ਬਣਦਾ ਵਾ। ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਨਾਸ, ਸਾਰੇ ਜਿਹੜੇ ਆ ਹਨੇਰੇ ਆ ਮਨ ਦੇ ਦੂਰ ਹੋ ਜਾਂਦੇ ਆ। ਸ਼ੰਕੇ, ਸੰਸ਼ੇ, ਡਰ, ਫਿਕਰ ਸਾਰੇ ਖਤਮ ਹੋ ਜਾਂਦੇ। ਫਿਰ ਜਿਹੜਾ ਪਰਮਾਤਮਾ ਜਿਹੜਾ ਵਾ ਸਾਨੂੰ ਸਹੀ ਜਦੋਂ ਰਾਹ ਮਿਲ ਗਿਆ ਨਾ, ਫਿਰ ਅਸੀਂ ਉਸ ਰਾਹ ਆਪਣੇ ਆਪ ਹੀ ਤੁਰੇ ਜਾਣਾ। ਇਹ ਗੁਰੂ ਸਾਡੇ ਰਹਿਨੁਮਾਈ ਕਰਦੇ ਆ, ਸਾਡੇ ਮਾਰਗ ਦਰਸ਼ਕ ਆ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੀਆਂ
ही ਜਿਹੜੀਆਂ ਸਮੱਸਿਆਵਾਂ ਦਾ ਹੱਲ ਆ। ਸਿਰਫ ਅਸੀਂ ਪੜ੍ਹੀਏ, ਸਮਝੀਏ, ਵਿਚਾਰੀਏ। ਗੁਰੂ ਸਾਹਿਬਾਨਾਂ ਨੇ ਸਾਨੂੰ ਖਜ਼ਾਨਾ ਦਿੱਤਾ, ਬੜਾ ਅਮੋਲਕ ਆ। ਜਿਨ੍ਹਾਂ ਦੀਆਂ ਵੀ ਵਿਚਾਰਾਂ ਗੁਰੂ ਸਾਹਿਬਾਨ ਨਾਲ ਮੇਲ ਖਾਂਦੀਆਂ, ਸਾਰੇ ਭਗਤ ਜਨ ਜਿਹੜੇ ਲੋਕ ਆ, ਜਿਹੜੇ ਪੈਗੰਬਰ ਹੋਏ ਆ, ਭਗਤ ਹੋਏ ਆ, ਭੱਟ ਸਾਹਿਬਾਨ ਹੋਏ ਆ, ਸਾਰਿਆਂ ਨੂੰ ਗੁਰੂ ਸਾਹਿਬਾਨਾਂ ਨੇ ਜਿਹੜਾ ਵਾ ਉਹ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਵਾ ਉਹਨਾਂ ਦੀ ਬਾਣੀ ਨੂੰ ਇਕੱਠਿਆਂ ਕੀਤਾ ਅਤੇ ਸਾਨੂੰ ਇਹ ਜਿਹੜਾ ਮੁੱਲ ਖਜ਼ਾਨਾ ਬਖਸ਼ਿਆ ਵਾ ਔਰ ਗੁਰੂ ਦਾ ਦਰਜਾ ਦਿੱਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜੋ ਇਸ ਵੇਲੇ ਗੱਦੀ ਦੇ ਬਿਰਾਜਮਾਨ ਨੇ, ਗੁਰਗੱਦੀ 'ਤੇ। ਔਰ ਸਾਨੂੰ ਜਿਹੜੀ ਸਭ ਨੂੰ ਇਸ ਵੇਲੇ, ਕਿਉਂਕਿ ਉਸ ਵੇਲੇ ਵੀ ਭੁੱਲੇ ਭਟਕਿਆਂ ਨੂੰ ਗੁਰੂ ਸਾਹਿਬਾਨ ਨੇ ਜਿਹੜਾ ਉਹ ਸਿੱਧੇ ਰਸਤੇ ਪਾਇਆ ਸੀਗਾ। ਉਸ ਵੇਲੇ ਵੀ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਫੈਲੀਆਂ ਸੀਗੀਆਂ, ਊਚ ਨੀਚ, ਛੂਆ ਛਾਤ, ਵਹਿਮ ਭਰਮ, ਖੰਡ ਪਖੰਡ, ਕਈ ਤਰ੍ਹਾਂ ਦੇ ਬਹੁਤ ਸਾਰੇ ਨੇਕ ਹੀ ਤਰ੍ਹਾਂ ਦੇ ਨਾਲ ਜਿਹੜੇ ਮਨੁੱਖ ਜਿਹੜਾ ਵਾ ਉਹ ਬੁਰੀ ਤਰ੍ਹਾਂ ਜਿਹੜਾ ਵਾ ਝੰਜੋੜਿਆ ਹੋਇਆ ਸੀਗਾ। ਪਰ ਅੱਜ ਜਿਹੜਾ ਵਾ ਦੁੱਖ ਦੀ ਗੱਲ ਇਹ ਆ ਕਿ ਮਨੁੱਖ ਇੰਨਾ ਪੜ੍ਹ ਲਿਖ ਕੇ ਵੀ 21ਵੀਂ ਸਦੀ ਕਹਿੰਦੇ ਆ ਗਈ ਹੈ, ਫਿਰ ਵੀ ਮਨੁੱਖ ਦੇ ਮਨ ਦੇ ਹਨੇਰੇ ਜਿਹੜੇ ਆ ਅਜੇ ਕਈਆਂ ਦੇ ਦੂਰ ਨਹੀਂ ਹੋਏ। ਬਹੁਤ ਸਾਰੇ ਜਿਹੜੇ ਬੜਾ ਫਰਕ ਪੈ ਗਿਆ ਅੱਗੇ ਨਾਲੋਂ, ਗੁਰਬਾਣੀ ਨਾਲ ਬੜਾ ਸੁਧਾਰ ਹੋਇਆ ਵਾ, ਪ੍ਰਚਾਰ ਹੋਇਆ, ਪਰ ਫਿਰ ਅਜੇ ਵੀ ਲੋੜ ਆ ਜਿਹੜੇ ਆਪਣੇ ਵਰਗੇ ਭੈਣ ਭਰਾ ਹੋ ਰਿਹਾ, ਜਿਨ੍ਹਾਂ ਨੂੰ ਅਜੇ ਨਹੀਂ ਸਮਝ ਹੈਗੀ ਵਿਚਾਰਿਆਂ ਨੂੰ, ਉਹਨਾਂ ਨੂੰ ਆਪਾਂ ਨੂੰ ਸਮਝਾਉਣ ਦੀ ਲੋੜ ਹੈ, ਬੜੇ ਪਿਆਰ ਨਾਲ, ਧਿਆਨ ਨਾਲ। ਕਾਹਲੇ ਨਹੀਂ ਪੈਣਾ, ਕੋਈ ਫੋਰਸਫੁਲੀ ਨਹੀਂ ਕਰਨਾ ਕੰਮ, ਨਿਮਰਤਾ ਨਾਲ, ਪਿਆਰ ਨਾਲ, ਜਿਵੇਂ ਬੱਚਿਆਂ ਨੂੰ ਸਮਝਾਉਂਦੇ ਆ, ਆਪਸੀ ਵਿਚਾਰ ਵਟਾਂਦਰੇ ਨਾਲ, ਆਪਸੀ ਸਲਾਹ ਦੇ ਨਾਲ। ਕਿਉਂਕਿ ਵਿਚਾਰਾਂ ਹੀ ਜਿਹੜੀਆਂ ਹੁੰਦੀਆਂ ਵਾ ਉਹੀ ਇਨਸਾਨ ਦਾ ਜੀਵਨ ਜਿਹੜਾ ਚੰਗਾ ਬਣਾਉਂਦੀਆਂ। ਚੰਗਾ ਵਿਚਾਰ ਆਏਗਾ ਤਾਂ ਮਨੁੱਖ ਚੰਗਾ ਬਣ ਜਾਏਗਾ, ਮਾੜੇ ਵਿਚਾਰ ਆਉਣਗੇ ਤਾਂ ਮਨੁੱਖ ਮਾੜਾ ਬਣ ਜਾਏਗਾ। ਚੰਗੀ ਸੰਗਤ ਕਰੇਗਾ ਇਨਸਾਨ ਚੰਗਾ ਬਣ ਜਾਏਗਾ, ਮਾੜੀ ਸੰਗਤ ਕਰੇਗਾ ਇਨਸਾਨ ਮੰਦਾ ਬਣ ਜਾਏਗਾ। ਬੰਦੇ ਸਾਰੇ ਇੱਕੋ ਜਿਹੇ ਰੱਬ ਨੇ ਬਣਾਏ, ਸਾਰੇ ਹੀ ਅੱਗੇ ਵੀ ਆਪਾਂ ਕਿਹਾ ਕਿ ਹੱਡ ਮਾਸ ਦੇ ਪੁਤਲੇ ਆ। ਪਰਮਾਤਮਾ ਨੇ ਸਾਰੇ ਹੀ ਮਾਂ ਪਿਓ ਨੂੰ ਜੰਮੇ ਸਾਰੇ, ਭਾਵੇਂ ਕੋਈ ਰਾਜਾ ਵਾ ਅਤੇ ਭਾਵੇਂ ਕੋਈ ਭਿਖਾਰੀ ਆ, ਸਾਰੇ ਮਾਂ ਪਿਓ ਨੂੰ ਪੈਦਾ ਹੋਏ, ਮਾਂ ਪਿਓ ਨੂੰ ਜੰਮੇ। ਪਰਮਾਤਮਾ ਨੇ, ਜਾਣੀ ਕਿ ਪਰਮਾਤਮਾ ਦੀ ਹੀ ਬਖਸ਼ਿਸ਼ ਹੋਈ ਆ, ਮਾਂ ਪਿਓ ਵੀ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਮਿਲਿਆ ਸਾਨੂੰ। ਸੋ ਕਹਿਣ ਤੋਂ ਭਾਵ ਆ ਕਿ ਰੱਬ ਦੀ ਨਜ਼ਰ ਵਿੱਚ ਸਾਰੇ ਇੱਕੋ ਜਿਹੇ ਆ। ਹੁਣ ਧੁੱਪ ਪੈਂਦੀ ਆ ਨਾ ਸੂਰਜ ਦੀ, ਉਹ ਗਰੀਬ ਹੋਵੇ, ਅਮੀਰ ਹੋਵੇ, ਕੋਈ ਵੀ ਕਿਸੇ ਵੀ ਜਾਤੀ ਵਰਨ ਨਾਲ, ਇਹ ਆਪਾਂ ਬਣਾਈਆਂ ਸਾਰੀਆਂ ਸਮਾਜ ਨੇ। ਪਰਮਾਤਮਾ ਨੇ ਕਿਸੇ ਵਿੱਚ ਕੋਈ ਫਰਕ ਨਹੀਂ ਰੱਖਿਆ। ਇਹ ਆ ਕਿ ਕੋਈ ਜਿਹੜਾ ਵਾ ਪੈਦਾਇਸ਼ੀ ਤੌਰ 'ਤੇ ਕਈ ਵੱਡੇ ਘਰਾਂ ਵਿੱਚ ਜੰਮ ਜਾਂਦੇ ਆ, ਕਈ ਬੱਚੇ ਪੜ੍ਹ ਲਿਖ ਕੇ ਜਿਹੜੇ ਚੰਗੇ ਅਹੁਦਿਆਂ 'ਤੇ ਪਹੁੰਚ ਜਾਂਦੇ ਆ। ਸੋ ਇਹ ਕਰਮਾਂ ਦੇ ਉੱਤੇ ਨਿਬੇੜੇ ਹੁੰਦੇ ਆ। ਬਾਕੀ ਗੁਰੂ ਪਿਆਰਿਓ, ਸਭ ਤੋਂ ਵੱਡਾ ਉਹ ਹੁੰਦਾ ਵਾ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਆਂ ਸਭ ਤੇ ਉੱਚਾ, ਕਿ ਹਮੇਸ਼ਾ ਨਿਮਰਤਾ ਨਾਲ ਰਹਿਣਾ ਵਾ। ਸੁਖੀ ਬਸੇ ਮਸਕੀਨੀ ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਕਿ ਜਿਹੜੇ ਗਰੀਬ ਹਿਰਦੇ ਵਾਲੇ ਲੋਕ ਆ ਨਾ, ਇੱਥੇ ਗਰੀਬ ਹਿਰਦੇ ਵਾਲੇ ਆ, ਸੁਖੀ ਮਸਕੀਨ ਉਹ ਹੁੰਦੇ ਆ ਜਿਹੜੇ ਗਰੀਬ ਹਿਰਦੇ ਵਾਲੇ। ਬੇਸ਼ੱਕ ਪੈਸਾ ਵਾਧੂ ਹੋਵੇ ਫਿਰ ਵੀ ਹਿਰਦਾ ਨਿਮਰਤਾ ਵਾਲਾ ਹੁੰਦਾ, ਗਰੀਬੀ ਵਾਲਾ ਹੁੰਦਾ, ਸੁਭਾਅ ਨਿਮਰ ਹੁੰਦਾ। ਇਸ ਕਰਕੇ ਪਿਆਰਿਓ ਗੁਰੂ ਨਾਲ ਜੁੜਨਾ ਵਾ। ਕਈ ਗਰੀਬ ਵੀ ਇਹੋ ਜਿਹੇ ਹੁੰਦੇ ਆ, ਬੜੀ ਹੈਂਕੜ ਹੁੰਦੀ ਉਹਨਾਂ ਦੇ ਵਿੱਚ, ਜਾਣੀ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਵਡਿਆਉਂਦੇ ਕਈ। ਪਰ ਗੁਰੂ ਪਿਆਰਿਓ, ਇਹ ਮੈਂ ਜਿਹੜੀਆਂ ਵਿਚਾਰਾਂ ਇਸ ਕਰਕੇ ਆਪ ਜੀ ਨਾਲ ਸਾਂਝੀਆਂ ਕਰਦਾ ਤਾਂ ਜੋ ਸਾਨੂੰ ਗੁਰਬਾਣੀ ਦੀ ਜਿਹੜੀ ਚੰਗੀ ਤਰ੍ਹਾਂ ਸਮਝ ਪੈ ਜੇ ਕਿ ਸੁਖੀ ਬਸੇ ਮਸਕੀਨੀ ਆਪ ਨਵਾਰ ਤਲੇ। ਆਪਣਾ ਜਿਹੜਾ ਆਪ ਆ ਨਾ, ਜਿਹੜਾ ਉਹ ਮਿਟਾਉਣਾ। ਹਉਮੈ ਦੀਰਘ ਰੋਗ ਦਾਰੂ ਵੀ ਇਸ ਮਾਹੇ। ਹਉਮੈ ਨੂੰ ਤਿਆਗਣਾ, ਹੰਕਾਰ ਨੂੰ ਮਿਟਾਉਣਾ। ਠੀਕ ਹੈ ਜੀ। ਵੱਡੇ ਵੱਡੇ ਹੰਕਾਰੀ ਆ ਨਾਨਕ ਗਰਭ ਗਲੇ। ਜੇ ਵੱਡੇ ਕਹਿਣ ਤੋਂ ਭਾਵ ਕਿ ਜੇ ਹੰਕਾਰ ਕਰਾਂਗੇ, ਇਸ ਮਿੱਟੀ ਦਾ ਕੋਈ ਭਰੋਸਾ ਨਹੀਂ, ਕਿਹੜੇ ਵੇਲੇ ਨੇ ਬਿਨਸ ਜਾਣਾ ਦੇ ਹੀ ਨੇ। ਸੋ ਇੰਨੀਆਂ ਕੁ ਵਿਚਾਰਾਂ ਦੇ ਨਾਲ ਆਪਾਂ ਜਿਹੜੀ ਕਥਾ ਦੀ ਸਮਾਪਤੀ ਕਰੀਏ। ਵਿਚਾਰਾਂ ਕਰਦਿਆਂ, ਕਥਾ ਕਰਦਿਆਂ ਦਾਸ ਕੋਲੋਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ
ਗਲਤੀਆਂ ਹੋ ਗਈਆਂ ਵਾ, ਕਿਉਂਕਿ ਹਰ ਇਨਸਾਨ ਜਿਹੜਾ ਭੁੱਲਣਹਾਰ ਆ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਕਿਨ ਕਿਨ ਭੁੱਲਣਹਾਰ ਆ। ਸੋ ਵਿਚਾਰਾਂ ਕਰਦਿਆਂ ਦਾਸ ਕੋਲੋਂ ਅਨੇਕ ਹੀ ਗਲਤੀਆਂ ਹੋ ਗਈਆਂ ਵਾ, ਭੁੱਲਾਂ ਹੋ ਗਈਆਂ, ਤਰੁੱਟੀਆਂ ਰਹਿ ਜਾਂਦੀਆਂ ਵਾ। ਕਿਉਂ ਗੁਰਬਾਣੀ ਬਹੁਤ ਵੱਡਾ ਜਿਹੜਾ ਵਾ ਇੱਕ ਸੋਮਾ ਵਾ, ਬੜੇ ਮਹਿੰਗੇ ਸ਼ਬਦ ਆ ਇਹ। ਇਹਨਾਂ ਨੂੰ ਜਿੰਨਾ ਤੁਸੀਂ ਵਿਚਾਰੋਗੇ ਉਨੇ ਹੀ ਇਹ ਜਿਹੜੇ ਆ ਹੋਰ, ਜਿਵੇਂ ਸਮੁੰਦਰ ਵਿੱਚ ਜਿੰਨੀਆਂ ਮਰਜ਼ੀ ਟੂਬੀਆਂ ਮਾਰੀ ਜਾਓ ਉਹਦੇ ਮੋਤੀ ਮਿਲਦੇ ਹੀ ਜਾਂਦੇ ਆ। ਇਸੇ ਤਰ੍ਹਾਂ ਹੀ ਇਹ ਗਿਆਨ ਦਾ ਭੰਡਾਰ ਆ, ਇਹ ਸਮੁੰਦਰ ਨਾਲੋਂ ਵੀ ਵੱਡਾ ਵਾ। ਜਿੰਨਾ ਖੋਜੋਗੇ ਉਨਾ ਹੀ ਕੁਛ ਜਿਹੜਾ ਆਪਾਂ ਨੂੰ ਮਿਲਣਾ। ਇਹ ਜਿਹੜਾ ਅਸੀਮ ਭੰਡਾਰ ਆ। ਅਤੇ ਵਿਚਾਰਾਂ ਕਰਦਿਆਂ ਤਰੁੱਟੀਆਂ ਰਹਿ ਗਈਆਂ, ਜੇ ਭੁੱਲਾਂ ਹੋ ਗਈਆਂ, ਅਤੇ ਗੁਰੂ ਪਿਆਰੋ ਜਿਹੜੀਆਂ ਭੁੱਲਾਂ ਵਾ ਉਹ ਮੇਰੀਆਂ ਵਾ, ਜਾਣੀ ਕਿ ਅਣਜਾਣ ਬੱਚੇ ਜਾਣ ਕੇ ਮੈਨੂੰ ਮਾਫ਼ ਕਰਨਾ ਵਾ। ਔਰ ਸਾਧ ਸੰਗਤ ਜਿੰਨੀ ਵੀ ਆ ਸੁਣ ਰਹੀ, ਸਾਰੇ ਗੁਰੂ ਦੀਆਂ ਵਿਚਾਰਾਂ ਨੂੰ ਆਪਣੇ ਹਿਰਦੇ ਵਿੱਚ ਅਪਣਾਉਣਾ ਵਾ। ਚੰਗੇ ਇਨਸਾਨ ਬਣਨਾ, ਗੁਰਸਿੱਖ ਬਣਨਾ ਵਾ, ਗੁਰੂ ਵਾਲੇ ਬਣਨਾ ਵਾ, ਗੁਰੂ ਤੋਂ ਸਿੱਖਿਆ ਲੈਣੀ ਹੈ, ਅੰਮ੍ਰਿਤ ਛਕਣਾ ਵਾ ਔਰ ਗੁਰੂ ਦੀ ਰਾਹ 'ਤੇ ਚੱਲਣਾ। ਸਭ ਤੋਂ ਵੱਡਾ ਕੰਮ ਹੈ ਗੁਰੂ ਦੇ ਰਾਹ 'ਤੇ ਚੱਲਣਾ, ਗੁਰੂ ਦੇ ਉਪਦੇਸ਼ਾਂ ਨੂੰ ਕਮਾਉਣਾ। ਮਨ ਵੇਚਾ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਅਰਪਣ ਕਰ ਦੇਣਾ ਆਪਣਾ ਮਨ ਗੁਰੂ ਦੇ ਪ੍ਰਤੀ। ਫਿਰ ਸਾਡੇ ਸਾਰੇ ਕਾਰਜ ਜਿਹੜੇ ਆਪਣੇ ਆਪ ਹੀ ਰਾਸ ਹੁੰਦੇ ਜਾਣੇ ਆ, ਸੰਪੂਰਨ ਹੁੰਦੇ ਜਾਣੇ ਆ, ਠੀਕ ਹੁੰਦੇ ਜਾਣੇ। ਸੋ ਬੁਲਾਈਏ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।